ਅਸਲ ਜਿਹੜਾ ਉਹਦਾ ਨਾਮ ਹੈ ਸਟੈਫਨੀ ਵਿਕਟੋਰੀਆ ਐਲਨ। ਇੱਕ ਸਮਾਂ ਆਇਆ ਸੀਗਾ ਜਦੋਂ 17 ਸਾਲ ਦੀ ਉਮਰ ਦੇ ਵਿੱਚ ਸਟੈਫ ਲੰਡਨ ਪ੍ਰੈਗਨੈਂਟ ਹੋ ਜਾਂਦੀ ਆ ਤੇ ਸਟੈਫ ਲੰਡਨ ਦੇ ਦਿਮਾਗ ਦੇ ਵਿੱਚ ਇਹ ਚੱਲਦਾ ਪਿਆ ਕਿ ਮੈਂ ਆਪਣੇ ਬੱਚੇ ਦਾ ਅਬੋਰਸ਼ਨ ਕਰਵਾ ਲਾਂ। ਉਹ ਬੱਚਾ ਦੁਨੀਆ ਦੇ ਵਿੱਚ ਆਉਂਦਾ ਤੇ ਉਹ ਕਹਿੰਦੀ ਹੈਗੀ ਕਿ ਮੈਂ ਜੇ ਅੱਗੇ ਵੱਧਦੀ ਪਈ ਹਾਂ ਉਹਦੇ 'ਚ ਮੇਰੇ ਇਸ ਬੱਚੇ ਦਾ ਹੱਥ ਹੈ। ਸਟੈਫ ਲੰਡਨ ਦੇ ਕੋਲੋਂ ਇਹ ਪੁੱਛਿਆ ਕਿ ਤੁਸੀਂ ਸੈਕਸ਼ੂਅਲੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਵੱਜੋ ਦਿੰਦੇ ਹੋ, ਤੁਹਾਡੇ ਗੀਤਾਂ ਦੇ ਵਿੱਚ ਸੈਕਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਔਰ ਸੇਮ ਆਨਸਰ ਜੋ ਸਿੱਧੂ ਮੂਸੇਵਾਲਾ ਦਾ ਸਾਹਿਬ ਦਾ ਹੁੰਦਾ ਸੀਗਾ, ਜੋ ਕੁਝ ਅਸੀਂ ਦੇਖਿਆ ਹੈਗਾ ਵਾ ਅਸੀਂ ਉਸੇ ਹੀ ਚੀਜ਼ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣਾ ਹੈਗਾ। ਤਾਂ ਸੋ ਇਹ ਛੋਟਾ ਨਾਮ ਨਹੀਂ ਉੱਥੇ ਆਇਆ, ਬਹੁਤ ਵੱਡਾ ਨਾਮ ਹੈ ਇਹ ਆਪਣੇ ਆਪ ਦੇ ਵਿੱਚ ਜੋ ਉੱਥੇ ਸਪੈਸ਼ਲੀ ਉੱਥੇ ਪਹੁੰਚਿਆ। ਮੂਸੇਵਾਲਾ ਸਾਹਿਬ ਆਪਣੇ ਪਿੰਡ ਨੂੰ ਕਰਦੇ ਸੀ, ਪਿੰਡ ਮੂਸੇ ਨੂੰ, ਜਿੰਨਾ ਪਿਆਰ ਉਹ ਮਾਨਸਾ ਨੂੰ ਕਰਦੇ ਸੀ। ਸਿਮਿਲਰਲੀ ਸਟੈਫ ਲੰਡਨ ਹੈ। ਸੋ ਲਾਲ ਜੇ ਕੱਪੜਿਆਂ ਵਾਲੀ ਉਹਨੂੰ ਰੈਪਰ ਕਹਿੰਦਾ ਔਰ ਅੱਜ ਉਹ ਪੂਰਾ ਪੰਜਾਬੀ ਪਹਿਰਾਵਾ ਪਾ ਕੇ ਸਲਵਾਰ ਸੂਟ ਪਾ ਕੇ ਅੱਜ ਪਿੰਡ ਮੂਸਾ ਦੇ ਵਿੱਚ ਪਹੁੰਚੀ ਹੈ। ਤਾਂ ਉਹਨੇ ਜ਼ਿਕਰ ਕੀਤਾ ਕਿ ਮੈਂ ਸਿੱਧੂ ਦੇ ਨਾਲ 3 ਗਾਣੇ ਕੀਤੇ ਆ, ਹਾਲਾਂਕਿ 2 ਗਾਣੇ ਆਲਰੇਡੀ ਉੱਥੇ ਆਫੀਸ਼ੀਅਲੀ ਉੱਥੇ ਹੈਗੇ ਨੇ, ਇਹ ਤੀਜਾ ਗਾਣਾ ਹੋ ਸਕਦਾ ਡੈਲੀ ਮਾ। ਸਟੈਫ ਲੰਡਨ ਬਹੁਤ ਗਰੀਬ ਪਰਿਵਾਰ ਤੋਂ ਆਉਂਦੀ ਹੈ। ਕਿਤੇ ਨਾ ਕਿਤੇ ਇਹ ਸਿੱਧੂ ਮੂਸੇਵਾਲਾ ਦੀ ਖਾਸ ਗੱਲ ਲੱਗਦੀ ਸੀਗੀ ਕਿ ਉਹ ਨਵੇਂ ਮੁੰਡਿਆਂ ਨੂੰ ਵੀ ਆਪਣੇ ਨਾਲ ਮਤਲਬ ਪੂਰਾ ਮੌਕਾ ਦਿੰਦਾ ਸੀਗਾ ਵੀਡੀਓ ਦੇ ਵਿੱਚ ਆਉਣ ਦਾ। ਸਿੱਧੂ ਦੱਸ ਰਿਹਾ ਸੀ, ਉਹ ਮੈਨੂੰ ਪੁੱਛਦੀ ਹੈ ਕਿ ਸੋ ਯੂ ਆਰ ਦਾ ਲੈਜੈਂਡ, ਕਿ ਤੂੰ ਲੈਜੈਂਡ ਹੈ। ਅੱਗੋਂ ਸਿੱਧੂ ਮੂਸੇਵਾਲਾ ਸਾਹਿਬ ਨੇ ਉਹਨੂੰ ਕਿਹਾ ਕਿ ਸਾਡੇ ਤਾਂ ਇੱਥੇ ਜਵਾਕ ਹੀ ਲੈਜੈਂਡ ਹੁੰਦੇ ਆ। ਉੱਥੇ ਆ ਕੇ ਉਹਨੇ ਸਿਰਫ ਆਪਣੇ ਗੀਤ ਦਾ ਫਿਲਮਾਂਕਨ ਨਹੀਂ ਕੀਤਾ, ਉੱਥੇ ਆ ਕੇ ਉਹਨੇ ਉਹਨਾਂ ਪਰਿਵਾਰਾਂ ਦੀ ਮਦਦ ਵੀ ਕੀਤੀ ਹੈ। ਉਹਨੇ ਇਹ ਕਿਹਾ ਕਿ ਸਿੱਧੂ ਅਕਸਰ ਸਟੈਫ ਲੰਡਨ ਨੂੰ ਇਹ ਕਿਹਾ ਕਰਦਾ ਸੀਗਾ, ਜੇ ਤੁਸੀਂ ਕਿਸੇ ਦੀ ਪੈਸਿਆਂ ਦੇ ਨਾਲ ਮਦਦ ਕਰ ਸਕਦੇ ਹੋ ਤੁਹਾਨੂੰ ਕਰਨੀ ਚਾਹੀਦੀ, ਤੁਸੀਂ ਅੱਗੇ ਵਧੋ। ਜੋਬਨ ਰੁੱਤੇ ਜੇ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾ ਵਾਲਾ। ਸਿੱਧੂ ਮੂਸੇਵਾਲਾ ਜੋ ਕਿ ਆਕਾਸ਼ ਦਾ ਤਾਰਾ ਬਣ ਗਿਆ ਜਾਂ ਫਿਰ ਧਰਤੀ ਦਾ ਫੁੱਲ, ਜਿਸ ਦੇ ਗੀਤਾਂ ਦੀ ਮਹਿਕ ਲੋਕ ਮੁੱਦਤਾਂ ਤੱਕ ਮਾਣਦੇ ਰਹਿਣਗੇ। ਸਿੱਧੂ ਮੂਸੇਵਾਲਾ ਜਦ ਜਿਉਂਦਾ ਸੀ ਤਾਂ ਉਸ ਦੀ ਹਵੇਲੀ ਵਿੱਚ ਉਸ ਦੇ ਚਾਹੁਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਸੀ, ਪਰ ਅੱਜ ਕੱਲ੍ਹ ਉਸੇ ਹੀ ਹਵੇਲੀ ਦੇ ਵਿੱਚ ਵੱਡੀਆਂ ਸੈਲੀਬ੍ਰਿਟੀਜ਼ ਦਾ ਆਉਣਾ ਜਾਣਾ ਬਣਿਆ ਹੋਇਆ ਹੈ। ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ ਤੇ ਇਸੇ ਦੇ ਦੌਰਾਨ ਹੀ ਸਟੈਫ ਲੰਡਨ ਨਾਮ ਦੀ ਬ੍ਰਿਟਿਸ਼ ਰੈਪਰ ਮਾਨਸਾ ਦੇ ਪਿੰਡ ਮੂਸਾ, ਜਾਨੀ ਕਿ ਜਿੱਥੇ ਸਿੱਧੂ ਮੂਸੇਵਾਲਾ ਦੀ ਹਵੇਲੀ ਹੈ ਉਸ ਦਾ ਜੱਦੀ ਪਿੰਡ ਹੈ, ਉੱਥੇ ਪਹੁੰਚੀ ਹੈ। ਉਸਨੇ ਸਿੱਧੂ ਨੂੰ ਆਪਣਾ ਟ੍ਰਿਬਿਊਟ ਵੀ ਦਿੱਤਾ ਹੈ ਤੇ ਇੱਥੋਂ ਤੱਕ ਵੀ ਹੈ ਕਿ ਸ਼ਾਇਦ ਕੋਈ ਗੀਤ ਵੀ ਉਹ ਸਿੱਧੂ ਮੂਸੇਵਾਲਾ ਨੂੰ ਲੈ ਕੇ ਫਿਲਮਾ ਰਹੀ ਹੋਵੇ, ਜਿਸ ਦੇ ਸ਼ੂਟ ਦੇ ਲਈ ਉਹ ਇੱਥੇ ਪਹੁੰਚੀ ਹੋਵੇ। ਸੋ ਉਹ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਕਹਿੰਦੀ ਹੈ ਤੇ ਇਸ ਤੋਂ ਪਹਿਲਾਂ ਵੀ ਕਈ ਗੀਤਾਂ ਦੇ ਵਿੱਚ ਸਿੱਧੂ ਦੇ ਨਾਲ ਨਜ਼ਰ ਆ ਚੁੱਕੀ ਹੈ। ਸੋ ਹੋਰ ਕੀ ਕੁਛ ਹੈ ਜੋ ਅਸੀਂ ਇਸ ਅੰਤਰਰਾਸ਼ਟਰੀ ਹਸਤੀ ਦੇ ਬਾਰੇ ਵਿੱਚ ਜਾਣ ਸਕਦੇ ਹਾਂ, ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਲੰਕੇਸ਼ ਤ੍ਰਿਖਾ ਸਾਡੇ ਨਾਲ ਮੌਜੂਦ ਨੇ। ਸੋ ਲੰਕੇਸ਼, ਗੱਲਬਾਤ ਦਾ ਸਿਲਸਿਲਾ ਵਧਾਵਾਂਗੇ। ਜਿਵੇਂ ਕਿ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਿਆ 1 ਸਾਲ ਹੋ ਚੁੱਕਾ ਹੈਗਾ ਔਰ ਬਹੁਤ ਸਾਰੀਆਂ ਵੱਡੀਆਂ ਸੈਲੀਬ੍ਰਿਟੀਜ਼, ਹਾਲੀਵੁੱਡ ਦੀਆਂ, ਬ੍ਰਿਟਿਸ਼ ਰੈਪਰ, ਨਾਈਜੀਰੀਅਨ ਰੈਪਰਸ ਲਗਾਤਾਰ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਵੀ ਦਿੰਦੇ ਰਹੇ ਨੇ ਤੇ ਕਈ ਪੰਜਾਬ ਵੀ ਆਉਂਦੇ ਰਹੇ ਨੇ, ਪਰ ਸਟੈਫ ਲੰਡਨ ਆਈ ਹੋਈ ਹੈ। ਸੋ ਕੀ ਖਾਸ ਹੈ ਉਸ ਦੇ ਇਸ ਆਉਣੇ ਦੇ ਵਿੱਚ? ਅਰਪਨ 6 ਫੁੱਟ ਦਾ ਜੁੱਸਾ ਨਹੀਂ ਰਹਿੰਦਾ ਬੈਰਲਾਂ ਮੂਰੇ ਤਣਿਆ, ਔਰ ਸਿੱਧੂ ਇਹ ਪਹਿਲਾਂ ਹੀ ਲਿਖ ਕੇ ਚੱਲ ਗਿਆ ਸੀਗਾ ਕਿ ਤੇਰੇ ਗੋਰੇ ਕਾਲੇ ਹਾਲੀਵੁੱਡ ਵਾਲੇ ਨਿਗਾਹ ਰੱਖਣ ਮੇਰੇ ਤੋਂ, ਅਮਰੀਕਾ ਤੋਂ। ਇਹ ਗੱਲਾਂ ਜਦੋਂ ਅਸੀਂ ਉਸ ਟਾਈਮ ਤੇ ਸੁਣਦੇ ਹੁੰਦੇ ਸੀਗੇ, ਇਹ ਲਿਰਿਕਸ, ਇਹ ਵਰਸਿਸ, ਉਹਦੇ ਗੀਤ ਲਿਖਣ ਦਾ ਸਟਾਈਲ, ਉਦੋਂ ਜ਼ਿਆਦਾ ਸੀਰੀਅਸ ਨਹੀਂ ਲੈਂਦੇ ਸੀ। ਸਾਨੂੰ ਲੱਗਦਾ ਸੀਗਾ ਕਿ ਇੱਕ ਗੀਤ ਦੀ ਲਾਈਨ ਹੈ। ਲੇਕਿਨ ਜਦੋਂ ਉਹਦੇ ਜਾਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਾਹਰ ਬੈਠੇ ਗੋਰੇ ਕਾਲੇ ਰੈਪਰਸ, ਆਰਟਿਸਟਸ, ਫਨਕਾਰ ਜਿੰਨੇ ਵੀ ਨੇ, ਉਹਨਾਂ ਦਾ ਸਿੱਧੂ ਨੂੰ ਲੈ ਕੇ ਕਿੰਨਾ ਪਿਆਰ ਹੈ। ਹੁਣ 6 ਫੁੱਟ ਦਾ ਜੁੱਸਾ ਨਹੀਂ ਰਹਿੰਦਾ ਬੈਰਲਾਂ ਮੂਰੇ ਤਣਿਆ, ਉਹਦੇ ਵਿੱਚ 5 ਫੁੱਟ 5 ਇੰਚ ਦੀ ਸਟੈਫਨੀ ਵਿਕਟੋਰੀਆ ਐਲਨ, ਔਰ ਜੋ ਤੁਸੀਂ ਨਾਮ ਲਿੱਤਾ ਜਿਸ ਰੈਪਰ ਦਾ, ਸਟੈਫ ਲੰਡਨ, ਅਸਲ ਜਿਹੜਾ ਉਹਦਾ ਨਾਮ ਹੈ ਸਟੈਫਨੀ ਵਿਕਟੋਰੀਆ ਐਲਨ, ਔਰ ਉਹਦਾ ਸਟੇਜ ਨਾਮ ਹੈ ਸਟੈਫ ਲੰਡਨ ਜੀ। ਸਟੈਫ ਲੰਡਨ ਦੀ ਜਦੋਂ ਤੁਸੀਂ ਹਿਸਟਰੀ ਦੇਖਦੇ ਹੋ, ਉਹਦਾ ਬੈਕਗਰਾਉਂਡ ਦੇਖਦੇ ਹੋ, ਉਹ ਬ੍ਰਿਟਿਸ਼ ਜਮੈਕਨ ਰੈਪਰ ਹੈ। ਇੱਕ ਦ ਗਾਰਡੀਅਨ ਦੇ ਕੋਰਸਪੋਂਡੈਂਟ ਨੇ ਉਹਦੇ ਕੋਲੋਂ ਸਵਾਲ ਪੁੱਛਿਆ ਕਿ ਜਮਾਈਕਾ ਕਿੱਥੇ ਹੈ, ਮਤਲਬ ਕਿ ਕਈਆਂ ਨੂੰ ਨਹੀਂ ਪਤਾ ਸੀਗਾ ਕਿਉਂਕਿ ਜਮਾਈਕਾ ਦੀ ਇੱਕ ਆਪਣੀ ਹਿਸਟਰੀ ਰਹੀ ਹੈ, ਉਹ ਵੀ ਇੰਡੀਪੈਂਡੈਂਟ ਹੋਇਆ ਸੀਗਾ ਜਿਵੇਂ
ਭਾਰਤ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਵੇਂ ਜਮਾਈਕਾ ਜਿਹੜੇ ਰੈਵੋਲੂਸ਼ਨਰੀ ਸੀਗੇ ਉਹਨਾਂ ਨੂੰ ਵੀ ਆਜ਼ਾਦੀ ਮਿਲੀ ਸੀਗੀ। ਖੈਰ ਜਦੋਂ ਇਹ ਪੁੱਛਿਆ ਗਿਆ ਉਹਦੇ ਕੋਲੋਂ ਕਿ ਜਮਾਈਕਾ ਦੇ ਕਿਹੜੇ ਇਲਾਕੇ ਤੋਂ ਤੁਸੀਂ ਆਉਂਦੇ ਹੋ ਤਾਂ ਉਹਦੇ ਕੋਲ ਜਵਾਬ ਨਹੀਂ ਸੀਗਾ ਤੇ ਉਹਨੇ ਕਿਹਾ ਕਿ ਮੈਂ ਉਸ ਇਲਾਕੇ ਤੋਂ ਆਉਂਦੀ ਹਾਂ ਜਿੱਥੋਂ ਸੀਨ ਪੌਲ ਆਉਂਦੇ ਸੀਗੇ। ਸੀਨ ਪੌਲ ਵੀ ਇੱਕ ਜਮਾਈਕਨ ਰੈਪਰ ਨੇ। ਸੋ ਇਹ ਗੱਲ ਮੈਂ ਇਸ ਕਰਕੇ ਹੁਣ ਇੱਥੇ ਜੋੜਦਾ ਪਿਆ ਵਾਂ ਕਿਉਂਕਿ ਸਿੱਧੂ ਅਕਸਰ ਸਟੇਜ ਸ਼ੋਜ਼ ਤੇ ਆਪਣੀ ਇੰਟਰਵਿਊਜ਼ ਦੇ ਵਿੱਚ ਰਿਪੋਰਟਰਸ ਦੇ ਨਾਲ ਗੱਲਬਾਤ ਕਰਨ ਦੌਰਾਨ ਉਹ ਅਕਸਰ ਇਹ ਕਿਹਾ ਕਰਦਾ ਸੀਗਾ ਕਿ ਮੂਸਾ ਪਿੰਡ ਜਿਹਨੂੰ ਕੋਈ ਨਹੀਂ ਜਾਣਦਾ ਸੀਗਾ ਉਹਨੇ ਗਾ ਕੇ ਉਹਦਾ ਜ਼ਿਕਰ ਕਰਕੇ ਆਲ ਓਵਰ ਦਾ ਵਰਲਡ ਵਾਈਡ ਗਲੋਬਲੀ ਮੂਸਾ ਪਿੰਡ ਲੋਕਾਂ ਦੇ ਜ਼ਿਹਨ ਦੇ ਵਿੱਚ ਬਿਠਾ ਦਿੱਤਾ, ਜਿਹਦੇ ਕਰਕੇ ਸਟੈਫਨੀ ਵਿਕਟੋਰੀਆ ਐਲਨ ਸਟੈਫ ਲੰਡਨ ਉੱਥੇ ਪਹੁੰਚਦੀ ਹੈ। ਔਰ ਸਟੈਫ ਲੰਡਨ ਦੇ ਬਾਰੇ ਜੇ ਦਰਸ਼ਕਾਂ ਨੂੰ ਦੱਸਣਾ ਹੋਵੇ ਤਾਂ ਅਰਪਨ ਸਟੈਫ ਲੰਡਨ ਬਹੁਤ ਗਰੀਬ ਪਰਿਵਾਰ ਤੋਂ ਆਉਂਦੀ ਹੈ। ਉਹਦੇ ਫਾਦਰ ਮਦਰ ਜ਼ਰੂਰ ਆਰਟਿਸਟ ਸੀਗੇ, ਸਿੰਗਰ ਸੀਗੇ। ਸੋ ਉਹਦੇ ਜੀਨਸ ਦੇ ਵਿੱਚ ਉਹਨੂੰ ਮਿਲ ਗਈ ਇਹ ਚੀਜ਼ ਕਿ ਹਾਂ ਵੀ ਮੈਂ ਵੀ ਗਾਵਾਂਗੀ, ਮੈਂ ਵੀ ਅੱਗੇ ਵਧਾਂਗੀ ਜੀ। ਔਰ ਜੋ ਉਹਦੀ ਗਾਣ ਦੀ ਸ਼ੈਲੀ ਹੈ ਉਹ ਕਿਤੇ ਨਾ ਕਿਤੇ ਮੇਲ ਖਾਂਦੀ ਹੈ ਸਿੱਧੂ ਦੇ ਨਾਲ ਵੀ, ਕਿਉਂਕਿ ਮੈਨੂੰ ਅੱਜ ਵੀ ਯਾਦ ਹੈ ਜਦੋਂ ਉਹਦਾ ਪਹਿਲਾ ਗੀਤ ਆਇਆ ਸੀਗਾ 16 ਸ਼ਾਟਸ, ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਦਾ ਫਿਲਮਾਂਕਣ ਕੀਤਾ ਗਿਆ ਸੀਗਾ, ਜੋ ਉਹਦੀ ਵੀਡੀਓਗ੍ਰਾਫੀ ਸੀਗੀ ਉਸ ਗੀਤ ਦੀ 16 ਸ਼ਾਟਸ ਦੀ, ਉਹਦੇ ਵਿੱਚ ਇੱਕ ਮਦਰ ਨੂੰ ਕਿਡਨੈਪ ਕਰ ਲਿੱਤਾ ਜਾਂਦਾ ਔਰ ਉਸ ਮਦਰ ਦੀ ਬੇਟੀ ਹੋਣ ਦੇ ਨਾਤੇ ਇਹ ਕਿਡਨੈਪਰਸ ਕੋਲੋਂ ਉਹਨਾਂ ਨੂੰ ਛੁਡਾਉਣ ਜਾਂਦੀ ਹੈ। ਔਰ ਉਸ ਗੀਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੰਦੂਕਾਂ ਦਾ ਇਸਤੇਮਾਲ ਕੀਤਾ ਗਿਆ ਔਰ ਉਹੀ ਸੇਮ ਤਰੀਕੇ ਦੇ ਨਾਲ ਜੋ ਜਮਾਈਕਨ ਦੇ ਬਾਰੇ ਇਹ ਵੀ ਕਿਹਾ, ਜਮਾਈਕਾ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਬੜੇ ਵਾਇਲੈਂਟ ਜੇ ਪੀਪਲ ਹੁੰਦੇ ਹੈਗੇ ਨੇ। ਸੋ ਉਸਨੇ ਉਸ ਕਲਚਰ ਨੂੰ ਉਸ ਗੀਤ ਦੇ ਵਿੱਚ ਵੀ ਡਿਪਿਕਟ ਕੀਤਾ ਸੀ ਜੀ। ਸੋ ਮਤਲਬ ਕਿ ਕਹਿ ਲਓ ਕਿ ਸਟਰਗਲ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਸੀ। ਔਰ ਜਦੋਂ ਅਸੀਂ ਸਿੱਧੂ ਮੂਸੇਵਾਲਾ ਦੀ ਵੀ ਗੱਲ ਕਰਦੇ ਹਾਂ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਜਿੰਨੇ ਕੁ ਲੋਕਾਂ ਦੇ ਨਾਲ ਸਿੱਧੂ ਨੇ ਕੋਲੈਬ ਕੀਤਾ, ਕਈ ਨਵੇਂ ਮੁੰਡੇ ਉਹਨਾਂ ਦੇ ਵਿੱਚ ਸੀਗੇ ਔਰ ਉਹਨਾਂ ਨੇ ਵੀ ਕਿਹਾ ਸੀ ਕਿ ਕਿਤੇ ਨਾ ਕਿਤੇ ਇਹ ਸਿੱਧੂ ਮੂਸੇਵਾਲਾ ਦੀ ਖਾਸ ਗੱਲ ਲੱਗਦੀ ਸੀਗੀ ਕਿ ਉਹ ਨਵੇਂ ਮੁੰਡਿਆਂ ਨੂੰ ਵੀ ਆਪਣੇ ਨਾਲ ਮਤਲਬ ਪੂਰਾ ਮੌਕਾ ਦਿੰਦਾ ਸੀਗਾ ਵੀਡੀਓ ਦੇ ਵਿੱਚ ਆਉਣ ਦਾ, ਤਾਂ ਕਿ ਉਹਨਾਂ ਦਾ ਵੀ ਨਾਂ ਬਣੇ, ਉਹਨਾਂ ਨੂੰ ਵੀ ਫੇਮ ਮਿਲੇ, ਕਿਉਂਕਿ ਉਹਨੂੰ ਲੱਗਦਾ ਸੀ ਕਿ ਜਿਹੜੇ ਵੀ ਇਸ ਫੀਲਡ ਦੇ ਵਿੱਚ ਦੌੜ ਰਹੇ ਆ ਤੇ ਜਿਹੜੇ ਲਾਇਕ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਲੋਕਾਂ ਦੇ ਵੱਲੋਂ ਪਿਆਰ ਮਿਲਣਾ ਚਾਹੀਦਾ ਜਾਂ ਲੋਕਾਂ ਦਾ ਉਹਨਾਂ ਨੂੰ ਜਾਣਨਾ ਚਾਹੀਦਾ। ਸੋ ਜਰੀਆ ਬਣਨ ਤੋਂ ਗੁਰੇਜ਼ ਨਹੀਂ ਕਰਦਾ ਸੀ, ਕਦੀ ਇਹ ਨਹੀਂ ਸੋਚਦਾ ਸੀ ਕਿ ਇਹ ਮੇਰੀ ਰੋਟੀ ਖਾ ਲੈਣਗੇ। ਹਾਲ ਹੀ ਦੇ ਵਿੱਚ ਗੁਲਾਬ ਸਿੱਧੂ ਹੁਣਾਂ ਦੀ ਇੱਕ ਇੰਟਰਵਿਊ ਸੀਗੀ ਜਿਹਦੇ ਵਿੱਚ ਉਹ ਵੀ ਕਹਿ ਰਹੇ ਸੀ ਕਿ ਉਹ ਕਹਿੰਦਾ ਸੀ ਕਿ ਹਰ ਕਿਸੇ ਨੇ ਆਪਣੇ ਆਪਣੇ ਭਾਗ ਖਾਣੇ ਹੈਗੇ ਆ, ਸੋ ਹਰ ਕਿਸੇ ਨੂੰ ਆਪਣੇ ਨਾਲ ਚੱਲਣ ਦਾ ਉਹ ਮੌਕਾ ਦਿੰਦਾ ਸੀਗਾ। ਔਰ ਇਹ ਜਿਹੜੀ ਹਾਲੀਵੁੱਡ ਸੈਲੀਬ੍ਰਿਟੀਜ਼ ਹੈਗੀਆਂ ਉਹਨਾਂ ਦੇ ਨਾਲ ਵੀ ਉਹਨੇ ਬਹੁਤ ਸਾਰੇ ਵੀਡੀਓਜ਼ ਕੀਤੇ ਆ। ਉਹਨੂੰ ਸ਼ੁਰੂ ਤੋਂ ਸ਼ਾਇਦ ਉਹਨਾਂ ਦੀ ਉਹ ਲਾਈਫ ਅਟਰੈਕਟ ਕਰਦੀ ਹੋਏਗੀ, ਕਿਉਂਕਿ ਬਹੁਤ ਸਾਰੇ ਜਿੱਥੇ ਆਪਾਂ ਰੈਪਰ ਇੱਕ ਹੈਗੇ ਨੇ ਮਿਸਟ, ਜਿੱਥੇ ਜਿਹੜੇ ਗੀਤ ਦੇ ਵਿੱਚ ਸਟੈਫ ਲੰਡਨ ਉਹਦੇ ਨਾਲ ਹੈ, ਉਹਦੇ ਵਿੱਚ ਰੈਪਰ ਮਿਸਟ ਵੀ ਹੈਗਾ ਆ ਔਰ ਬਰਨਾ ਬॉय ਜਿਹੜੇ ਹੈਗੇ ਆ ਉਹਨਾਂ ਦੇ ਨਾਲ ਵੀ ਉਹਨੇ ਗੀਤ ਕੀਤਾ ਹੈਗਾ। ਸੋ ਜਿੱਥੇ ਉਹ ਆਪ ਵੱਡਿਆਂ ਨਾਲ ਖੜਦਾ ਸੀ, ਦੂਜਾ ਪੱਖ ਉਹਦਾ ਇਹ ਵੀ ਸੀਗਾ ਕਿ ਉਹ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਜਾਂ ਜਿਹੜੇ ਉਹਦੇ ਤੋਂ ਛੋਟੇ ਸੀਗੇ ਉਹ ਉਹਨਾਂ ਦੇ ਨਾਲ ਵੀ ਬਰਾਬਰ ਦੇ ਨਾਲ ਖੜਦਾ ਸੀ। ਬਰਨਾ ਬॉयਜ਼ ਦਾ ਤੁਸੀਂ ਜ਼ਿਕਰ ਕੀਤਾ ਹੈਗਾ, ਸਟੈਫ ਲੰਡਨ ਦਾ ਇੱਕ ਟਾਈਮ ਤੇ ਇਹੋ ਜਿਹਾ ਵਕਤ ਵੀ ਸੀਗਾ ਜਦੋਂ ਕੰਟਰੋਵਰਸੀ ਪੈਦਾ ਹੋਈ ਸੀਗੀ। ਇਹਨਾਂ ਜਗ੍ਹਾ ਹੈਗੀ ਹੈ ਗਾਨਾ, ਉੱਥੇ ਇਹਨਾਂ ਨੇ ਬਰਨਾ ਬॉयਜ਼ ਤੇ ਸਟੈਫ ਲੰਡਨ ਦੀ ਪਹਿਲਾਂ ਮੁਲਾਕਾਤ ਵੀ ਹੋਈ ਸੀਗੀ ਔਰ ਉਤੋਂ ਫਿਰ ਮੀਡੀਆ ਰਿਪੋਰਟਸ ਦੇ ਵਿੱਚ ਲੋਕਾਂ ਨੇ ਰਿਪੋਰਟ ਕਰਨਾ ਸ਼ੁਰੂ ਕਰਤਾ, ਜਰਨਲਿਸਟ ਨੇ, ਪੈਪਰਾਜ਼ੀਜ਼ ਜਿਹੜੇ ਹੁੰਦੇ ਨੇ ਉਹਨਾਂ ਨੇ ਫੋਟੋਗ੍ਰਾਫਸ ਲੀਕਸ ਕੀਤੀਆਂ ਔਰ ਕਿਹਾ ਕਿ ਬਰਨਾ ਬॉयਜ਼ ਤੇ ਸਟੈਫ ਲੰਡਨ ਦੇ ਵਿੱਚ ਇੱਕ ਕੈਮਿਸਟਰੀ ਪੈਦਾ ਹੋ ਰਹੀ ਹੈ। ਸੋ ਜਦੋਂ ਅਸੀਂ ਸਟੈਫ ਲੰਡਨ ਦੇ ਬਾਰੇ ਗੱਲ ਕਰਦੇ ਹਾਂ, ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਅਰਪਨ। ਉਸ ਵੀਡੀਓ ਦੇ ਵਿੱਚ ਸਿੱਧੂ ਦੱਸ ਰਿਹਾ ਸੀ, ਮੂਸੇਵਾਲਾ ਸਾਹਿਬ ਕਹਿੰਦੇ ਕਿ ਇੱਕ ਬਾਹਰਲੀ ਰੈਪਰ ਹੈ, ਬ੍ਰਿਟਿਸ਼ ਜਮੈਕਨ ਰੈਪਰ ਹੈ, ਉਹ ਮੈਨੂੰ ਪੁੱਛਦੀ ਹੈ ਕਿ ਸੋ ਯੂ ਆਰ ਦਾ ਲੈਜੈਂਡ, ਕਿ ਤੂੰ ਲੈਜੈਂਡ ਹੈ? ਕਹਿੰਦੀ ਹਾਂ। ਉਹ ਮੂਸੇਵਾਲਾ ਸਾਹਿਬ ਨੇ ਕਿਹਾ ਹਾਂ ਮੈਨੂੰ ਹੀ ਲੈਜੈਂਡ ਕਹਿੰਦੇ ਆ। ਤੇ ਅੱਗੋਂ ਸਟੈਫ ਲੰਡਨ ਨੇ ਕਿਹਾ ਕਿ ਮੈਨੂੰ ਤਾਂ ਲੱਗਾ ਸੀਗਾ ਕਿ ਜੇ ਤੈਨੂੰ ਲੈਜੈਂਡ ਕਹਿੰਦੇ ਤੇ ਤੂੰ ਬੜਾ ਉਮਰ ਦਰਾਜ਼ ਹੋਏਗਾ, ਤੂੰ ਏਜਡ ਹੋਏਗਾ, ਤੇਰੀ ਖਾਸੀ ਉਮਰ ਹੋਏਗੀ। ਅੱਗੋਂ ਸਿੱਧੂ ਮੂਸੇਵਾਲਾ ਸਾਹਿਬ ਨੇ ਉਹਨੂੰ ਕਿਹਾ ਕਿ ਸਾਡੇ ਤਾਂ ਇੱਥੇ ਜਵਾਕ ਹੀ ਲੈਜੈਂਡ ਹੁੰਦੇ ਆ, ਜੰਮਦੇ ਜਵਾਕ ਹੀ ਸਾਡੇ ਇੱਥੇ ਲੈਜੈਂਡ ਹੁੰਦੇ ਆ। ਸੋ ਕਿਤੇ ਨਾ ਕਿਤੇ ਜੇ ਇਹਨਾਂ ਦੀ ਦੋਵਾਂ ਦੀ ਜ਼ਿੰਦਗੀ ਦੇ ਉੱਤੇ ਅਸੀਂ ਝਾਤ ਮਾਰਦੇ ਆ ਨਾ, ਕੰਟਰੋਵਰਸੀਜ਼ ਦੋਵਾਂ ਦੇ ਪਿੱਛੇ ਤੁਰਦੀਆਂ ਨੇ। ਸਿੱਧੂ ਮੂਸੇਵਾਲਾ ਸਾਹਿਬ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਸੀਗਾ ਕਿ ਗਨ ਕਲਚਰ ਨੂੰ ਪ੍ਰਮੋਟ ਕਰ ਰਹੇ ਆ ਵੀਡੀਓਜ਼ ਦੇ ਵਿੱਚ, ਗੈਂਗਸਟਰ ਹਿਪ ਹੌਪ ਦੇ ਗੀਤ, ਗੈਂਗਸਟਰਸ ਨੂੰ ਲੈ ਕੇ, ਵਾਇਲੈਂਸ ਨੂੰ ਲੈ ਕੇ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਹੇ ਆ। ਸਿਮਿਲਰਲੀ ਜਦੋਂ ਤੁਸੀਂ ਸਟੈਫ ਲੰਡਨ ਦੇ
ਪੂਰੀ ਜ਼ਿੰਦਗੀ ਦੇ ਉੱਤੇ ਝਾਤ ਮਾਰਦੇ ਹੋ ਤਾਂ ਇਹਨਾਂ ਦੇ ਨਾਲ ਵੀ ਇੱਕ ਕੰਟਰੋਵਰਸੀ ਚੱਲਦੀ ਹੈ। ਇੱਕ ਬਹੁਤ ਵੱਡੀ ਅਖਬਾਰ ਔਰ ਇੱਕ ਬਹੁਤ ਵੱਡੀ ਮੈਗਜ਼ੀਨ ਦੇ ਕੋਰੈਸਪੋਂਡੈਂਟ ਨੇ ਜਦੋਂ ਇਹਦੇ ਕੋਲੋਂ ਸਟੈਫ ਲੰਡਨ ਦੇ ਕੋਲੋਂ ਇਹ ਪੁੱਛਿਆ ਕਿ ਤੁਸੀਂ ਸੈਕਸ਼ੂਅਲੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਵੱਜੋ ਦਿੰਦੇ ਹੋ, ਤੁਹਾਡੇ ਗੀਤਾਂ ਦੇ ਵਿੱਚ ਸੈਕਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਉਹ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਲੋਕਾਂ ਤੇ ਗਲਤ ਪ੍ਰਭਾਵ ਪਾਉਂਦੀਆਂ ਨੇ। ਔਰ ਸੇਮ ਆਨਸਰ ਜੋ ਸਿੱਧੂ ਮੂਸੇਵਾਲਾ ਦਾ ਸਾਹਿਬ ਦਾ ਹੁੰਦਾ ਸੀਗਾ ਉਹੀ ਸੇਮ ਆਨਸਰ ਸਟੈਫ ਲੰਡਨ ਦਾ ਉੱਥੇ ਬੈਠ ਕੇ ਉਹਨੇ ਉਸ ਕੋਰੈਸਪੋਂਡੈਂਟ ਨੂੰ ਦਿੱਤਾ ਕਿ ਜਿਹੜੇ ਕਲਚਰ ਤੋਂ ਅਸੀਂ ਆਉਂਦੇ ਹਾਂ, ਜਿਸ ਕਲਚਰ ਨੂੰ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ, ਜੋ ਕੁਝ ਅਸੀਂ ਦੇਖਿਆ ਹੈਗਾ ਵਾ ਅਸੀਂ ਉਸੇ ਹੀ ਚੀਜ਼ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣਾ ਹੈਗਾ। ਹੁਣ ਜਦੋਂ ਮੂਸੇਵਾਲਾ ਸਾਹਿਬ ਦੇ ਉੱਤੇ ਇਸ ਤਰੀਕੇ ਦੇ ਸਵਾਲ ਖੜੇ ਕਰ ਦਿੱਤੇ ਜਾਂਦੇ ਸੀਗੇ ਕਿ ਉਹਨਾਂ ਨੇ ਗਨ ਕਲਚਰ ਪ੍ਰਮੋਟ ਕੀਤਾ ਤੇ ਉਹਨਾਂ ਨੇ ਸਾਫ਼ ਤੌਰ ਤੇ ਕਈ ਇੰਟਰਵਿਊਜ਼ ਕਈ ਰਿਪੋਰਟਸ ਦੇ ਵਿੱਚ ਛਪਿਆ, ਉਹਨਾਂ ਨੇ ਕਿਹਾ ਕਿ ਜਿਹੜੀਆਂ ਚੀਜ਼ਾਂ 'ਚੋਂ ਅਸੀਂ ਲੰਘੇ ਹਾਂ, ਜਿਹੜੀਆਂ ਚੀਜ਼ਾਂ ਅਸੀਂ ਅੱਖੀਂ ਦੇਖੀਆਂ ਸਾਡੀਆਂ ਹੈਗੀਆਂ ਨੇ, ਉਹਨਾਂ ਚੀਜ਼ਾਂ ਦੇ ਬਾਰੇ ਮੈਂ ਗੀਤਾਂ ਦੇ ਵਿੱਚ ਉਸ ਚੀਜ਼ ਦਾ ਜ਼ਿਕਰ ਕਰ ਰਿਹਾ। ਔਰ ਦੂਜੀ ਜਿਹੜੀ ਅਰਪਨ ਬੜੀ ਇੰਪੋਰਟੈਂਟ ਗੱਲ ਹੈਗੀ ਹੈ, ਜਿੰਨਾ ਪਿਆਰ ਮੂਸੇਵਾਲਾ ਸਾਹਿਬ ਆਪਣੇ ਪਿੰਡ ਨੂੰ ਕਰਦੇ ਸੀ, ਪਿੰਡ ਮੂਸੇ ਨੂੰ, ਜਿੰਨਾ ਪਿਆਰ ਉਹ ਮਾਨਸਾ ਨੂੰ ਕਰਦੇ ਸੀ, ਸਿਮਿਲਰਲੀ ਸਟੈਫ ਲੰਡਨ ਹੈ, ਸਟੈਫਨੀ ਵਿਕਟੋਰੀਆ ਐਲਨ ਔਰ ਉਹਨਾਂ ਦਾ ਸਟੇਜ ਨੇਮ ਜੋ ਹੈ ਸਟੈਫ ਲੰਡਨ, ਉਹ ਵੀ ਆਪਣੇ ਜਮਾਈਕਾ ਨੂੰ ਬਹੁਤ ਪਿਆਰ ਕਰਦੇ ਆ। ਪੈਦਾ ਉਹ ਬਰਮਿੰਗਮ ਦੇ ਵਿੱਚ ਹੋਏ ਸੀਗੇ ਲੇਕਿਨ ਉਹਨਾਂ ਦੇ ਜਿਹੜੇ ਮਾਤਾ ਪਿਤਾ ਹੈਗੇ ਆ ਉਹ ਜਮਾਈਕਨ ਓਰੀਜਨ ਦੇ ਨੇ। ਸੋ ਉਹਨਾਂ ਦੀ ਫੈਮਿਲੀ ਦੇ ਵਿੱਚ ਜਦੋਂ ਅਪਬ੍ਰਿੰਗਿੰਗ ਹੋਈ, ਜਿੱਦਾਂ ਦੇ ਸੰਸਕਾਰ ਉਹਨਾਂ ਨੂੰ ਮਿਲੇ, ਉਹ ਜਮਾਈਕਨ ਕਲਚਰ ਦੇ ਨਾਲ ਜੁੜੇ ਰਹੇ ਹਮੇਸ਼ਾ ਤੋਂ, ਕਿਉਂਕਿ ਮਾਪਿਓ ਜਿਹੜੇ ਸੀਗੇ ਉਹ ਜਮਾਈਕਨ ਸੀਗੇ ਤਾਂ ਉਹਨਾਂ ਨੇ ਜੋ ਇਨਹੈਰਿਟ ਕੀਤਾ ਪਿੱਛੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਅੱਗੇ ਉਹੀ ਦੇਣਾ ਸੀਗਾ। ਸੋ ਉਹ ਹਮੇਸ਼ਾ ਜਮਾਈਕਨ ਕਲਚਰ ਦੇ ਬਾਰੇ ਉਹਨਾਂ ਨੇ ਗੱਲ ਕੀਤੀ। ਉਹਨਾਂ ਦੇ ਗੀਤਾਂ ਦੇ ਵਿੱਚ ਤੁਸੀਂ ਜਦੋਂ ਉਹਨਾਂ ਦੀ ਵੀਡੀਓਗ੍ਰਾਫੀ ਦੇਖਦੇ ਹੋ, ਉਹਨਾਂ ਦੇ ਲਿਰਿਕਸ ਸੁਣਦੇ ਹੋ ਤਾਂ ਉਹਦੇ ਵਿੱਚ ਜਮਾਈਕਾ ਦਾ ਜ਼ਿਆਦਾ ਜ਼ਿਕਰ ਹੈ। ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਸਾਹਿਬ ਕਹਿੰਦੇ ਹੈਗੇ ਨੇ ਟਿੱਬਿਆਂ ਦਾ ਪੁੱਤ ਜਿਹੜਾ ਉਹਨਾਂ ਦਾ ਗੀਤ ਆਇਆ ਸੀਗਾ, ਉਹੀ ਉਹ ਟਿੱਬਿਆਂ ਦੀ ਗੱਲ ਕਰਦੇ ਪਏ ਮੂਸੇ ਪਿੰਡ ਦੀ, ਮਾਨਸਾ ਦੀ। ਉਸੇ ਤਰੀਕੇ ਦੇ ਨਾਲ ਇਹ ਸਟੈਫ ਲੰਡਨ ਜੋ ਆਈ ਹੈ ਰੈਪਰ, ਬ੍ਰਿਟਿਸ਼ ਜਮੈਕਨ ਰੈਪਰ, ਇਹ ਵੀ ਉਹਨਾਂ ਚੀਜ਼ਾਂ ਦੇ ਬਾਰੇ ਗੱਲਬਾਤ ਕਰਦੀ ਹੈ ਜੀ। ਸੋ ਸਹੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਗੈਂਗਸਟਾ ਹਿਪ ਹੌਪ ਦੇ ਨਾਲ ਜੋੜਿਆ ਜਾਂਦਾ ਹੈਗਾ ਔਰ ਜ਼ਿਆਦਾਤਰ ਰੈਪਰ ਜਿਹੜੇ ਹੁਣ ਤੱਕ ਸਿੱਧੂ ਮੂਸੇਵਾਲਾ ਦੇ ਪਿੰਡ ਵੀ ਪਹੁੰਚੇ ਨੇ, ਚਾਹੇ ਟਿਆਨ ਵੇਨ ਸੀਗੇ, ਸੋ ਉਹ ਸਾਰੇ ਜਿਹੜੇ ਉਹਨਾਂ ਦੀ ਵੀ ਗੀਤਾਂ ਦੀ ਸ਼ੈਲੀ ਉਸੇ ਤਰ੍ਹਾਂ ਦੀ, ਹਾਲਾਂਕਿ ਸੋਸ਼ਲ ਇਸ਼ੂਜ਼ ਨੂੰ ਵੀ ਚੱਕਿਆ, ਕੁਝ ਇਮੋਸ਼ਨਸ ਦੇ ਨਾਲ ਜੁੜੇ ਹੋਏ ਗੀਤ ਵੀ ਸਿੱਧੂ ਮੂਸੇਵਾਲਾ ਨੇ ਜਿਹੜੇ ਸੀਗੇ ਉਹ ਲਿਖੇ ਨੇ। ਪਰ ਇੱਕ ਉਹਦੇ ਗੀਤਾਂ 'ਚ ਬੜੀ ਖਾਸ ਚੀਜ਼ ਦੇਖਣ ਨੂੰ ਮਿਲਦੀ ਹੈਗੀ ਹੈ ਜਿਹਨੂੰ ਕੁਝ ਲੋਕ ਦੇਖਦੇ ਆ ਕਿ ਮੋਟੀਵੇਟ ਕਰਦੇ ਆ, ਲਾਈਕ ਆਪਣੇ ਵਿਰੋਧੀਆਂ ਦੇ ਉੱਤੇ ਇੱਕ ਹਮਲਾਵਾਰ ਪ੍ਰਵਿਰਤੀ ਰੱਖਣ ਵਾਲੇ ਗੀਤ ਉਹਦੇ ਬਹੁਤ ਜ਼ਿਆਦਾ ਆਏ ਹੈਗੇ ਆ। ਉਹਦੇ ਕਰਕੇ ਵੀ ਉਹਨੂੰ ਨਿੰਦਿਆ ਜਾਂਦਾ ਰਿਹਾ ਹੈਗਾ ਕਿ ਸਹੀ ਰਸਤੇ ਦੇ ਉੱਤੇ ਸ਼ਾਇਦ ਨਵੀਂ ਪੀੜ੍ਹੀ ਨੂੰ ਨਹੀਂ ਪਾਇਆ ਜਾ ਰਿਹਾ ਹੈਗਾ। ਸੋ ਕੀ ਲੱਗਦਾ ਹੈਗਾ ਇਸ ਤਰ੍ਹਾਂ ਦੀ ਵੀ ਕੋਈ ਜਿਹੜੀ ਹੈਗੀ ਹੈ ਰਿਜ਼ੈਂਬਲੈਂਸ ਮਿਲਦੀ ਹੈਗੀ ਹੈ ਇਹਦੇ ਸਟੈਫ ਦੇ ਗਾਣਿਆਂ ਦੇ ਵਿੱਚ? ਬਿਲਕੁਲ, ਜਿਸ ਤਰੀਕੇ ਦੀ ਇਹ ਮੈਂ ਤੁਹਾਨੂੰ ਦੱਸਿਆ ਕਿ ਜਿਸ ਬੈਕਗਰਾਊਂਡ ਤੋਂ ਆਉਂਦੇ ਨੇ, ਜਮਾਈਕਾ ਦੀ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਦੱਸਿਆ ਆਪਣੀ ਇੱਕ ਹਿਸਟਰੀ ਹੈ ਇੰਡੀਪੈਂਡੈਂਸ ਦੀ, ਆਜ਼ਾਦੀ ਦੀ। ਸੋ ਇੱਕ ਸਮਾਂ ਆਇਆ ਸੀਗਾ ਜਦੋਂ 17 ਸਾਲ ਦੀ ਉਮਰ ਦੇ ਵਿੱਚ ਸਟੈਫ ਲੰਡਨ ਪ੍ਰੈਗਨੈਂਟ ਹੋ ਜਾਂਦੀ ਆ, ਪਰ ਉਹਦਾ ਜਿਹੜਾ ਫਾਦਰ ਹੁੰਦੇ ਆ ਸਟੈਫ ਲੰਡਨ ਦੇ, ਉਸ ਵਕਤ ਹਾਲਾਤਾਂ ਦੇ ਕਰਕੇ ਉਹ ਜੇਲ੍ਹ ਦੇ ਵਿੱਚ ਹੁੰਦੇ ਆ, ਉਹ ਪ੍ਰਿਜ਼ਨ ਦੇ ਵਿੱਚ ਹੁੰਦੇ ਆ। ਸੋ ਇੱਕ ਪਾਸੇ ਸਟੈਫ ਲੰਡਨ ਦੇ ਦਿਮਾਗ ਦੇ ਵਿੱਚ ਇਹ ਚੱਲਦਾ ਪਿਆ ਕਿ ਮੈਂ ਆਪਣੇ ਬੱਚੇ ਦਾ ਅਬੋਰਸ਼ਨ ਕਰਵਾ ਲਾਂ, ਗਰਭਪਾਤ ਕਰਵਾ ਦੇਵਾਂ, ਔਰ ਇੱਕ ਪਾਸੇ ਉਹ ਸੋਚਦੀ ਹੈ ਕਿ ਨਹੀਂ ਯਾਰ ਮੈਂ ਕਿਸੇ ਦੀ ਜ਼ਿੰਦਗੀ ਨਹੀਂ ਖੋ ਸਕਦੀ ਕਿਸੇ ਦੇ ਕੋਲੋਂ। ਇੱਕ ਇਹੋ ਜਿਹਾ ਮੁਕਾਮ ਵੀ ਇਸ 5 ਫੁੱਟ 5 ਇੰਚ ਦੀ ਬ੍ਰਿਟਿਸ਼ ਜਮਾਈਕਨ ਰੈਪਰ ਸਟੈਫ ਲੰਡਨ ਦੀ ਜ਼ਿੰਦਗੀ ਦੇ ਵਿੱਚ ਆਉਂਦਾ। ਸੋ ਉਹ ਬੱਚਾ ਦੁਨੀਆ ਦੇ ਵਿੱਚ ਆਉਂਦਾ ਔਰ ਅੱਜ ਦੀ ਤਰੀਕ ਦੇ ਵਿੱਚ ਸਟੈਫ ਲੰਡਨ ਜਦੋਂ ਆਪਣੀ ਇੰਟਰਵਿਊਜ਼ ਦੇ ਵਿੱਚ ਉਸ ਬੱਚੇ ਬਾਰੇ ਜ਼ਿਕਰ ਕਰਦੀ ਹੈ, ਜਦੋਂ ਰਿਪੋਰਟਰਸ ਉਹਨਾਂ ਕੋਲੋਂ ਸਵਾਲ ਕਰਦੇ ਕਿ ਤੁਹਾਡੇ ਇਰਦ ਗਿਰਦ ਬਹੁਤ ਕੰਟਰੋਵਰਸੀਜ਼ ਹੈਗੀਆਂ ਨੇ, ਤੁਹਾਡੇ ਉੱਤੇ ਪ੍ਰੈਸ਼ਰ ਬਹੁਤ ਹੈਗਾ, ਤੁਸੀਂ ਬੀਇੰਗ ਅ ਲੇਡੀ ਤੁਸੀਂ ਜਦੋਂ ਅੱਗੇ ਵਧਦੇ ਹੋ ਤਾਂ ਤੁਹਾਨੂੰ ਰੋਕਿਆ ਜਾਂਦਾ, ਤੁਹਾਡੇ ਲਈ ਟੋਏ ਪੱਟੇ ਜਾਂਦੇ ਨੇ, ਸਭ ਕੁਝ ਕੀਤਾ ਜਾਂਦਾ। ਤੇ ਉਹ ਕਹਿੰਦੀ ਹੈਗੀ ਕਿ ਮੈਂ ਜੇ ਅੱਗੇ ਵਧਦੀ ਪਈ ਹਾਂ ਉਹਦੇ 'ਚ ਮੇਰੇ ਇਸ ਬੱਚੇ ਦਾ ਹੱਥ ਹੈ, ਮੈਨੂੰ ਜਿਹੜੀ ਪ੍ਰੇਰਨਾ ਮਿਲਦੀ ਹੈ, ਜਿਹੜੀ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਇਸ ਬੱਚੇ ਦੇ ਕਰਕੇ ਮਿਲਦੀ ਹੈ, ਜਿਸ ਦੇ ਬਾਰੇ ਮੈਂ ਇੱਕ ਵਕਤ ਤੇ ਸੋਚਦੀ ਪਈ ਸੀਗੀ ਕਿ ਮੈਂ ਇਹਨੂੰ ਪੈਦਾ ਕਰਾਂ ਜਾਂ ਨਾ ਕਰਾਂ, ਇਹਦਾ ਅਬੋਰਸ਼ਨ ਕਰਵਾ ਦੇਵਾਂ। ਸੋ ਇਹ ਉਹ ਹੈ। ਹੁਣ ਜਦੋਂ ਸਟੈਫ ਲੰਡਨ ਉੱਥੇ ਪਹੁੰਚਦੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ, ਜਿਹੜੇ ਲੋਕ ਦੇਖਦੇ ਪਏ ਸਾਨੂੰ, ਕਿ ਇੱਕ ਸਮਾਜ ਸੇਵੀ ਹੈਗੇ ਅਨਮੋਲ ਕੁਆਤਰਾ। ਸੋ ਸਟੈਫ ਲੰਡਨ ਸਿਰਫ ਮੂਸੇਵਾਲਾ ਸਾਹਿਬ ਲਈ ਨਹੀਂ ਉੱਥੇ ਪਹੁੰਚੀ, ਉੱਥੇ ਆ ਕੇ ਉਹਨੇ ਸਿਰਫ ਆਪਣੇ ਗੀਤ ਦਾ ਫਿਲਮਾਂਕਨ ਨਹੀਂ ਕੀਤਾ, ਉੱਥੇ ਆ ਕੇ ਉਹਨੇ ਉਹਨਾਂ ਪਰਿਵਾਰਾਂ ਦੀ ਮਦਦ ਵੀ ਕੀਤੀ ਹੈ। ਅਨਮੋਲ ਕੁਆਤਰਾ ਦੇ ਨਾਲ ਖੜੇ ਹੋ ਕੇ ਸਟੈਫ ਲੰਡਨ ਨੇ ਜਿੰਨੀ
ਜੋ ਗੁੰਜਾਇਸ਼ ਸੀਗੀ, ਜੋ ਲੋੜ ਸੀਗੀ ਲੋਕਾਂ ਨੂੰ, ਜਿੰਨੇ ਪੈਸਿਆਂ ਦੀ ਲੋੜ ਸੀਗੀ। ਔਰ ਉਹਨੇ ਇਹ ਕਿਹਾ ਕਿ ਸਿੱਧੂ ਅਕਸਰ ਸਟੈਫ ਲੰਡਨ ਨੂੰ ਇਹ ਕਿਹਾ ਕਰਦਾ ਸੀਗਾ ਕਿ ਜੇ ਤੁਸੀਂ ਕਿਸੇ ਦੀ ਪੈਸਿਆਂ ਦੇ ਨਾਲ ਮਦਦ ਕਰ ਸਕਦੇ ਹੋ ਤੁਹਾਨੂੰ ਕਰਨੀ ਚਾਹੀਦੀ, ਤੁਸੀਂ ਅੱਗੇ ਵਧੋ। ਉੱਥੇ ਛੋਟਾ ਜਿਹਾ ਬੱਚਾ ਸੀਗਾ ਅਨਮੋਲ ਕੁਆਤਰਾ ਦੇ ਨਾਲ, ਜਿਹਦਾ ਹਫਤੇ ਦੇ ਵਿੱਚ 2 ਜਾਂ 3 ਵਾਰੀ ਡਾਇਲਿਸਿਸ ਹੁੰਦਾ ਹੈ ਕਿਉਂਕਿ ਕਿਡਨੀਆਂ ਉਹਦੀਆਂ ਕੰਮ ਨਹੀਂ ਕਰਦੀਆਂ, ਖੂਨ ਬਦਲਣਾ ਪੈਂਦਾ ਹੈਗਾ। ਸੋ ਸਟੈਫ ਲੰਡਨ ਨੇ ਉਹਨੂੰ ਵੀ ਬੜਾ ਪਿਆਰ ਕੀਤਾ ਉਸ ਬੱਚੇ ਨੂੰ। ਸੋ ਜਿਸ ਮੂਸੇ ਪਿੰਡ ਦੀ ਬਾਰੇ ਕਿਤੇ ਗੱਲ ਨਹੀਂ ਹੋ ਰਹੀ ਸੀਗੀ, ਉਹਨੂੰ ਇੰਨਾ ਕੁ ਜ਼ਿਆਦਾ ਚਰਚਾ ਦੇ ਵਿੱਚ ਲੈ ਕੇ ਆ ਗਿਆ ਸਿੱਧੂ ਮੂਸੇਵਾਲਾ, ਉਹਨੂੰ ਉਸ ਲੈਵਲ ਤੇ ਲਿਆ ਕੇ ਉਹਨੇ ਖੜਾ ਕਰਤਾ ਉਸ ਪਿੰਡ ਨੂੰ ਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ, ਔਰ ਇਹ ਗੱਲ ਮੈਂ ਇਸ ਕਰਕੇ ਕਰਦਾ ਪਿਆ ਵਾਂ, ਅੱਜ ਅਸੀਂ ਸਟੈਫ ਲੰਡਨ ਬਾਰੇ ਇਸ ਕਰਕੇ ਗੱਲ ਕਰਦੇ ਪਏ ਹਾਂ ਕਿਉਂਕਿ ਬਹੁਤਿਆਂ ਨੂੰ ਪਤਾ ਨਹੀਂ ਹੋਏਗਾ ਕਿ ਜੋ ਉੱਥੇ ਇਹ ਸ਼ਖਸੀਅਤ ਆਈ ਹੈ, ਇਹਦਾ ਆਪਣਾ ਇੱਕ ਮੁਕਾਮ ਹੈ, ਇਹਦਾ ਇੱਕ ਆਪਣੀ ਸਟਰਗਲ ਹੈ, ਇਹਦਾ ਇੱਕ ਆਪਣੇ ਇਹਦੀ ਰੁਤਬਾ ਇਹਨੇ ਹਾਸਲ ਕੀਤਾ। ਸੋ ਇਹ ਛੋਟਾ ਨਾਮ ਨਹੀਂ ਉੱਥੇ ਆਇਆ, ਬਹੁਤ ਵੱਡਾ ਨਾਮ ਹੈ ਇਹ ਆਪਣੇ ਆਪ ਦੇ ਵਿੱਚ, ਜੋ ਉੱਥੇ ਸਪੈਸ਼ਲੀ ਉੱਥੇ ਪਹੁੰਚਿਆ। ਸੋ ਲੰਕੇਸ਼, ਅਸੀਂ ਸਟੈਫ ਲੰਡਨ ਦੀ ਗੱਲ ਕਰ ਰਹੇ ਹੈਗੇ ਆ। ਇਹ ਉਹੀ ਕੁੜੀ ਹੈ ਜਿਹਦਾ ਤਾਰੂਫ ਸਟੇਜ ਤੋਂ ਇੱਕ ਵਾਰੀ ਸਿੱਧੂ ਮੂਸੇਵਾਲਾ ਵੀ ਦਿੰਦਾ ਹੈਗਾ ਕਿ ਉਹ ਜਿਹੜੀ ਲਾਲ ਜੇ ਕੱਪੜਿਆਂ ਵਾਲੀ ਰੈਪਰ ਨਹੀਂ ਹੈਗੀ, ਵੀ ਉਹ ਪੁੱਛ ਰਹੀ ਸੀਗੀ ਜਿਹੜੇ ਤੁਸੀਂ ਇਨਸੀਡੈਂਟ ਦੀ ਗੱਲ ਕੀਤੀ ਹੈਗੀ ਹੈ। ਸੋ ਲਾਲ ਜੇ ਕੱਪੜਿਆਂ ਵਾਲੀ ਉਹਨੂੰ ਰੈਪਰ ਕਹਿੰਦਾ, ਔਰ ਅੱਜ ਉਹ ਪੂਰਾ ਪੰਜਾਬੀ ਪਹਿਰਾਵਾ ਪਾ ਕੇ, ਸਲਵਾਰ ਸੂਟ ਪਾ ਕੇ ਅੱਜ ਪਿੰਡ ਮੂਸਾ ਦੇ ਵਿੱਚ ਪਹੁੰਚੀ ਹੈ। ਔਰ ਜਿੱਥੋਂ ਤੱਕ ਖਬਰਾਂ ਨੇ ਕਿ ਕਿਸੇ ਗਾਣੇ ਦਾ ਸ਼ਾਇਦ ਸ਼ੂਟ ਵੀ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਜਿਵੇਂ ਅਰਬਨ ਤੁਸੀਂ ਜ਼ਿਕਰ ਕੀਤਾ ਕਿ ਹਾਂ ਲਾਲ ਜੇ ਸੂਟ ਵਾਲੀ ਉਹ ਰੈਪਰ ਹੈਗੀ ਆ, ਮੂਸੇਵਾਲਾ ਸਾਹਿਬ ਨੇ ਸਟੇਜ ਤੋਂ ਲਾਲ ਜੇ ਕੱਪੜਿਆਂ ਵਾਲੀ ਸਟੇਜ ਤੋਂ ਇਸ ਚੀਜ਼ ਦਾ ਜ਼ਿਕਰ ਜਦੋਂ ਕੀਤਾ ਸੀਗਾ, ਇਸੇ ਚੀਜ਼ ਦੇ ਨਾਲ ਇੱਕ ਕਿੱਸਾ ਵੀ ਜੁੜਿਆ ਹੋਇਆ ਪਹਿਰਾਵੇ ਨੂੰ ਲੈ ਕੇ। ਅੱਜ ਜਦੋਂ ਅਸੀਂ ਸਟੈਫ ਲੰਡਨ ਨੂੰ ਉੱਥੇ ਵੇਖਦੇ ਹੈਗੇ ਆ, ਇੱਕ ਕਾਲੇ ਰੰਗ ਦਾ ਸੂਟ, ਕਾਲੇ ਰੰਗ ਦੇ ਲਿਬਾਸ ਦੇ ਵਿੱਚ ਉਹ ਉੱਥੇ ਸੀਗੀ, ਉਹ ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਜੈਸਾ ਦੇਸ਼ ਵੈਸਾ ਭੇਸ, ਲੇਕਿਨ ਇਹਦੇ ਨਾਲ ਇੱਕ ਜ਼ਿੰਦਗੀ ਦਾ ਉਹਦਾ ਕਿੱਸਾ ਵੀ ਜੁੜਿਆ ਹੈ ਸਟੈਫ ਲੰਡਨ ਦਾ। 2006 ਦਾ ਇੱਕ ਵਾਕਿਆ ਹੈਗਾ ਵਾ, ਜਦੋਂ ਈਸਟਰਨ ਲੰਡਨ ਦੇ ਵਿੱਚ ਕਲੈਪਟਨ ਜਗ੍ਹਾ ਹੈਗੀ ਆ, ਉੱਥੇ ਗਈ ਸੀ। ਔਰ ਜਦੋਂ ਉੱਥੇ ਪਹੁੰਚਦੀ ਆ ਉਸ ਵਕਤ ਉਹਦਾ ਪਹਿਰਾਵਾ ਬਿਲਕੁਲ ਡਿਫਰੈਂਟ ਸੀਗਾ ਕਿਉਂਕਿ ਰੈਪਰਸ ਜਿਹੜੇ ਹੁੰਦੇ ਆ ਅਕਸਰ ਆਪਣੇ ਆਪ ਨੂੰ ਅਲੱਗ ਤਰੀਕੇ ਦੇ ਨਾਲ ਕੈਰੀ ਕਰਦੇ ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਟੋਟਲੀ ਲਾਈਫ ਸਟਾਈਲ ਟੋਟਲੀ ਡਿਫਰੈਂਟ ਹੁੰਦਾ। ਸੋ ਜਦੋਂ ਉਹਦਾ ਉੱਥੇ ਉਸ ਜਗ੍ਹਾ ਦਾ ਜਿਸ ਤਰੀਕੇ ਦਾ ਪਹਿਰਾਵਾ ਸੀਗਾ, ਲੋਕ ਉਹਨੂੰ ਦੇਖਦੇ ਸੀਗੇ ਔਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਸਵਾਲ ਸੀਗੇ ਉਸ ਟਾਈਮ ਤੇ। ਉਹਦਾ ਪਹਿਰਾਵਾ ਸਟੈਫ ਲੰਡਨ ਦਾ ਜੋ ਅੱਜ ਕਾਲੇ ਸੂਟ ਦੇ ਵਿੱਚ ਨਜ਼ਰ ਆ ਰਹੀ ਹੈ, 2006 ਦੇ ਵਿੱਚ ਜਦੋਂ ਉੱਥੇ ਪਹੁੰਚਦੀ ਹੈ ਤਾਂ ਉਹਨੇ ਇੱਕ ਤਾਂ ਪਹਿਲੇ ਨੋਜ਼ ਪੀਅਰਸਿੰਗ ਕਰਵਾਈ ਹੋਈ ਸੀਗੀ ਔਰ ਉਹਦੀ ਲੋਅਰ ਬੈਕ ਤੇ ਇੱਕ ਟੈਟੂ ਸੀਗਾ ਔਰ ਇੱਕ ਜੈਕਟ ਉਹਨੇ ਪਾਈ ਹੋਈ ਸੀਗੀ। ਤੇ ਜਦੋਂ ਉੱਥੇ ਪਹੁੰਚਦੀ ਹੈ ਤਾਂ ਲੋਕ ਉਹਨੂੰ ਸਵਾਲਾਂ ਭਰੀਆਂ ਨਿਗਾਹਾਂ ਦੇ ਨਾਲ ਦੇਖਦੇ ਕਿ ਇਹ ਕਿਸ ਤਰੀਕੇ ਦਾ ਪਹਿਰਾਵਾ ਹੈ। ਔਰ ਉਹ ਅਕਸਰ ਆਪਣੀ ਇੰਟਰਵਿਊਜ਼ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕਰਦੀ ਹੈ ਸਟੈਫ ਲੰਡਨ ਕਿ ਜਦੋਂ ਮੈਂ ਉੱਥੇ ਗਈ ਸੀਗੀ ਤੇ ਮੈਨੂੰ ਇਹਨਾਂ ਅੱਖਾਂ ਦੇ ਨਾਲ ਉੱਥੇ ਦੇਖਿਆ ਗਿਆ ਕਿ ਮੈਂ ਆਪਣੇ ਆਪ ਤੋਂ ਸਵਾਲ ਕਰ ਰਹੀ ਸੀਗੀ ਕਿ ਕੀ ਯਾਰ ਮੈਂ ਕੋਈ ਗਲਤ ਕੱਪੜੇ ਪਾ ਲਏ ਜਾਂ ਮੈਂ ਕੁਝ ਗਲਤ ਕਰ ਦਿੱਤਾ। ਸੋ ਅੱਜ ਜਦੋਂ ਅਸੀਂ ਉਹਨੂੰ ਦੇਖਦੇ ਹਾਂ ਉੱਥੇ ਤਾਂ ਉਹ ਪੂਰੇ ਉਸ ਅਟਾਇਰ ਦੇ ਵਿੱਚ ਸੀਗੀ। ਹਾਂ, ਔਰ ਸਮਾਜ ਸੇਵਾ ਕਰ ਰਹੀ ਹੈਗੀ ਹੈ। ਔਰ ਇਹਦੇ ਨਾਲ ਇੱਕ ਇਹ ਵੀ ਅਫਵਾਹ ਰਹਿ ਰਹੀ ਹੈਗੀ ਕਿ ਕੋਈ ਗਾਣਾ ਵੀ ਹੈ ਜਿਹੜਾ ਸਿੱਧੂ ਮੂਸੇਵਾਲਾ ਨੇ, ਕਿਉਂਕਿ 2 ਗਾਣੇ ਆਲਰੇਡੀ ਦੋਨਾਂ ਦੇ ਇਕੱਠੇ ਆਏ ਆ, ਪਰ ਸ਼ਾਇਦ ਕੋਈ ਗਾਣਾ ਵੀ ਹੈ ਜਿਹਨੂੰ ਸਟੈਫ ਲੰਡਨ ਦੇ ਨਾਲ ਜੋੜਿਆ ਜਾਂਦਾ ਬਿਕੋਜ਼ ਉਹ ਵੀ ਲੰਡਨ ਦੀ ਰਹਿਣ ਵਾਲੀ ਹੈਗੀ ਹੈ, ਯੂਕੇ ਵਾਲੀ ਹੈ ਕਰਕੇ ਕਾਫੀ ਅਸੀਂ ਵਾਇਰਲ ਕਹਿ ਲਈਏ ਜਾਂ ਅਨਰਿਲੀਜ਼ਡ ਸੌਂਗ ਵਜੋਂ ਵੀ ਲੋਕਾਂ ਤੱਕ ਪਹੁੰਚਿਆ ਹੈਗਾ, ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਲੰਡਨ ਵਿੱਚ ਕੀ ਹੈ ਸਟੈਫ, ਚੱਲ ਤੂੰ ਪੰਜਾਬ ਨੂੰ। ਐਂਡ ਫਾਈਨਲੀ ਉਹ ਪੰਜਾਬ, ਸੋ ਫਾਈਨਲੀ ਉਹ ਪੰਜਾਬ ਪਹੁੰਚੀ ਹੈ। ਹਾਂ, ਮਤਲਬ ਇਹ ਜਿਹੜਾ ਤੁਸੀਂ ਗੀਤ ਦੇ ਬੋਲ ਤੁਸੀਂ ਸਾਹਮਣੇ ਰੱਖੇ ਆ, ਇਹ ਗੀਤ ਕਾਫੀ ਵਾਇਰਲ ਹੁੰਦਾ ਪਿਆ। ਕੁਝ YouTube ਚੈਨਲਸ ਜਿਹੜੇ ਹੈਗੇ ਨੇ ਜੋ ਵਾਇਰਲ ਕੰਟੈਂਟ ਚਲਾਉਂਦੇ ਆਪਣੇ ਚੈਨਲਸ ਤੇ, ਉਹਨਾਂ ਨੇ ਇੰਨਾ ਕੁ ਜਿਹਾ ਹਿੱਸਾ ਜਿਹੜਾ ਹੈਗਾ ਜਿਹੜੇ ਬੋਲ ਤੁਸੀਂ ਰੱਖੇ ਸਾਹਮਣੇ, ਉਹ ਗੀਤ ਦਾ ਹਿੱਸਾ ਇੰਨਾ ਕੁ ਜਿਹਾ ਚਲਾਇਆ ਵੀ ਹੈ ਜੀ। ਔਰ ਗੀਤ ਜਿਹੜਾ ਹੈਗਾ ਇਹਦੇ ਅਲੱਗ-ਅਲੱਗ ਨਾਮ ਨੇ ਔਰ ਪਤਾ ਨਹੀਂ ਰਿਲੀਜ਼ ਇਹਦੇ ਬਾਰੇ ਕੀ ਜਾਣਕਾਰੀ ਹੈ? ਕਿਆਸ ਰਹੀਆਂ ਤਾਂ ਇਹ ਵੀ ਹੈ ਕਿ ਇਹ ਡੈਲੀਮਾ ਆਇਆ ਇਸ ਗੀਤ ਦਾ ਨਾਂ, ਔਰ ਸਟੈਫ ਲੰਡਨ ਦੀ ਜਿਹੜੀ ਆਉਣ ਵਾਲੀ ਕੋਈ ਐਲਬਮ ਹੈਗੀ ਹੈ ਸ਼ਾਇਦ ਉਹਦਾ ਇਹ ਹਿੱਸਾ ਹੋ ਸਕਦਾ ਹੈਗਾ, ਜਿਹਦੇ ਵਿੱਚ ਸਿੱਧੂ ਜਦੋਂ ਜਿਉਂਦਾ ਸੀ ਤਾਂ ਉਸ ਵੇਲੇ ਦੋਨਾਂ ਨੇ ਆਪਸ ਦੇ ਵਿੱਚ ਕੋਲੈਬ ਕੀਤਾ ਹੋਵੇ। ਹਾਂ, ਇਹ ਤੁਸੀਂ ਬਿਲਕੁਲ ਸਹੀ ਵੀ ਕਹਿ ਰਹੇ ਹੋ ਕਿ ਇਹ ਹੋਏਗਾ, ਡੈਫੀਨਿਟਲੀ ਹੋਏਗਾ ਕਿਉਂਕਿ ਜਦੋਂ ਅੱਜ ਅਸੀਂ ਸਟੈਫ ਲੰਡਨ ਦੀ ਸਪੀਚ ਸੁਣ ਰਹੇ ਸੀਗੇ ਤਾਂ ਉਹਨੇ ਜ਼ਿਕਰ ਕੀਤਾ ਕਿ ਮੈਂ ਸਿੱਧੂ ਦੇ ਨਾਲ 3 ਗਾਣੇ ਕੀਤੇ ਆ। ਹਾਲਾਂਕਿ 2 ਗਾਣੇ ਆਲਰੇਡੀ ਉੱਥੇ ਆਫੀਸ਼ੀਅਲੀ ਉੱਥੇ ਹੈਗੇ ਨੇ, ਇਨਵਿੰਸੀਬਲ ਤੇ AK-47 ਜਿਹਦੇ ਵਿੱਚ ਫੀਚਰਡ ਸੀਗੇ ਸਟੈਫ ਲੰਡਨ। ਇਹ ਤੀਜਾ ਗਾਣਾ ਹੋ ਸਕਦਾ ਡੈਲੀਮਾ। ਹਾਂ, ਆਫੀਸ਼ੀਅਲੀ ਹਲੇ ਨਹੀਂ ਆਇਆ ਹੋਏਗਾ ਪਲੇਟਫਾਰਮਸ ਦੇ ਉੱਤੇ,
ਇਹਦਾ ਨਾਮ ਆਉਣ ਵਾਲੇ ਟਾਈਮ ਦੇ ਵਿੱਚ ਵਾਕਈ ਡੈਲੀਮਾ ਹੋਏਗਾ ਜਾਂ ਇਹਦਾ ਨਾਮ ਬਦਲ ਕੇ ਯੂਕੇ ਵਾਲੀ ਜਾਂ ਕੁਝ ਵੀ ਰੱਖ ਸਕਦੇ ਨੇ। ਸੋ ਇਹ ਦੇਖਣ ਵਾਲਾ ਹੋਏਗਾ ਔਰ ਲੋਕਾਂ ਨੂੰ ਇਸ ਗੀਤ ਦੀ ਵੀਡੀਓਗ੍ਰਾਫੀ ਦੀ ਵੀ ਬਹੁਤ ਭਾਲ ਹੈ ਔਰ ਜਦੋਂ ਦਾ ਉਹ ਸਟੈਫ ਲੰਡਨ ਆ ਗਈ ਹੈ ਤਾਂ ਲੋਕਾਂ ਦੀ ਕਿਉਰਿਓਸਿਟੀ ਹੋਰ ਵੱਧ ਗਈ ਹੈ ਜੀ। ਸੋ ਬਿਲਕੁਲ ਬਹੁਤ ਸਾਰੀਆਂ ਕੰਟਰੋਵਰਸੀਜ਼ ਦੀ ਗੱਲ ਵੀ ਹੁੰਦੀ ਰਹੀ ਆ ਸਿੱਧੂ ਮੂਸੇਵਾਲਾ ਨੂੰ ਲੈ ਕੇ, ਪਰ ਇੱਥੋਂ ਇਹ ਪਤਾ ਲੱਗਦਾ ਕਿ ਉਹ ਰਿਸ਼ਤੇ ਕਿਵੇਂ ਸ਼ੁਰੂ ਕਰਦਾ ਸੀ ਤੇ ਕਿਵੇਂ ਨਿਭਾਉਂਦਾ ਸੀ, ਕਿਉਂਕਿ ਇੱਥੋਂ ਤੱਕ ਅਸੀਂ ਦੇਖੀਏ ਹਾਂ ਇੱਥੇ ਦਾ ਮਾਹੌਲ ਕਿ ਬਹੁਤ ਸਾਰੇ ਲੋਕਾਂ ਦੀ ਆਪਣੀ ਇੱਥੇ ਮ੍ਰਿਤਕ ਦੇਹਾਂ ਘਰਾਂ 'ਚ ਸੜ ਜਾਂਦੀਆਂ ਨੇ ਤੇ ਕੋਈ ਬਾਹਰੋਂ ਨਹੀਂ ਆਉਂਦਾ, ਪਰ ਇੱਕ ਦੋਸਤੀ ਦੇ ਇੱਕ ਭਾਈਚਾਰੇ ਦੇ ਰਿਸ਼ਤੇ ਕਰਕੇ ਵੀ ਉਹਦੇ ਲਈ ਲੋਕ ਇੰਨੀ ਦੂਰ ਤੋਂ ਚੱਲ ਕੇ ਮੂਸਾ ਵਿਖੇ ਆ ਰਹੇ ਹੈਗੇ ਤੇ ਕੁਝ ਤਾਂ ਖਿੱਚ ਹੋਏਗੀ ਕਿਸੇ ਤਰ੍ਹਾਂ ਦੇ ਨਾਲ, ਤਾਂ ਉਹਨੇ ਮੋਹ ਦੀਆਂ ਤੰਦਾਂ ਜਿਹੜੀਆਂ ਨੇ ਇੰਨੀਆਂ ਗਹਿਰੀਆਂ ਜੋੜੀਆਂ ਹੋਣਗੀਆਂ ਕਿ ਉਹਦੇ ਜਾਣ ਤੋਂ ਬਾਅਦ ਵੀ ਉਹਨੂੰ ਜਿਉਂਦੇ ਰੱਖਣ ਦੀ ਹਰ ਕੋਈ ਜਿਹੜਾ ਉਹਨੂੰ ਚਾਹੁੰਦਾ ਆ ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈਗਾ ਆ, ਔਰ ਸਟੈਫ ਲੰਡਨ ਜਿਹੜੀ ਹੈਗੀ ਆ ਉਹਨਾਂ ਦੇ ਵਿੱਚੋਂ ਇੱਕ ਹੀ ਹੈ। ਸੋ ਬਿਲਕੁਲ ਲੰਕੇਸ਼, ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਵਿੱਚ ਵੀ ਜ਼ਿਕਰ ਕਰਦੇ ਸੀਗੇ, ਜਿਵੇਂ ਤੁਸੀਂ ਵੀ ਕਿਹਾ ਕਿ ਹਾਲੀਵੁੱਡ ਤੱਕ ਜਿਹੜੀ ਹੈਗੀ ਹੈ ਉਹ ਜੱਟ ਦੀ ਗੱਲਾਂ ਹੋਣਗੀਆਂ ਔਰ ਲਗਾਤਾਰ ਬਿਲਬੋਰਡ ਦੇ ਉੱਤੇ ਆਪਣਾ ਥਾਂ ਬਣਾਉਂਦੇ ਰਹੇ ਹੈਗੇ ਹੈ, ਔਰ ਡਰੇਕ ਵਰਗੇ ਜਿਨ੍ਹਾਂ ਨੂੰ ਪੂਰੀ ਦੁਨੀਆ ਸੁਣਦੀ ਹੈ ਔਰ ਜਿਨ੍ਹਾਂ ਦੇ ਕਨਸਰਟ ਦੇ ਵਿੱਚ ਜਾਣ ਦੇ ਲਈ ਲਾਈਨਾਂ ਲੱਗ ਜਾਂਦੀਆਂ ਹੈਗੀਆਂ ਨੇ, ਉਹ ਟ੍ਰਿਬਿਊਟ ਕਰਦੇ ਨੇ ਸਿੱਧੂ ਮੂਸੇਵਾਲਾ ਨੂੰ। ਸੋ ਬਹੁਤ ਵੱਡੀ ਕਾਮਯਾਬੀ ਬਹੁਤ ਛੋਟੀ ਉਮਰ ਦੇ ਵਿੱਚ, ਹਾਲਾਂਕਿ ਕਈ ਕੰਟਰੋਵਰਸੀਜ਼, ਕਈ ਤਰ੍ਹਾਂ ਦਾ ਔਰਾ ਜਿਹੜਾ ਸੀਗਾ ਉਹ ਉਹਨਾਂ ਨੂੰ ਲੈ ਕੇ ਉਹ ਬਣਦਾ ਰਿਹਾ ਆ, ਉਹਨਾਂ ਨੂੰ ਲੈ ਕੇ ਗੱਲਾਂ ਬਾਤਾਂ ਜਿਹੜੀਆਂ ਸੀ ਕਈ ਤਰ੍ਹਾਂ ਦੀਆਂ ਚੱਲਦੀਆਂ ਰਹੀਆਂ ਹੈਗੀਆਂ, ਪਰ ਇਸ ਦੇ ਬਾਵਜੂਦ ਜੋ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਨਾਮ ਹੈ ਔਰ ਉਹਨਾਂ ਦੀ ਗਾਇਕੀ ਦਾ ਇੱਕ ਯੋਗਦਾਨ ਰਿਹਾ ਹੈਗਾ, ਇੱਕ ਗਾਇਕੀ ਦਾ ਦੌਰ ਰਿਹਾ ਹੈਗਾ, ਉਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੈਗਾ ਔਰ ਉਸ ਨੂੰ ਉਮਰਾਂ ਤੱਕ ਯਾਦ ਰੱਖਿਆ ਜਾਏਗਾ। ਇਸ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੇ ਪੰਜਾਬੀ ਇੰਡਸਟਰੀ ਨੂੰ ਗਾਇਕੀ ਦੁਆਰਾ ਦਿੱਤੇ ਗਏ ਯੋਗਦਾਨ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਫਿਲਹਾਲ ਦੇ ਲਈ ਇੰਨਾ ਹੀ, ਧੰਨਵਾਦ।